ਗਿਆਨ ਦਰਪਣ ਦੇਖ ਰਹੇ ਦਰਸ਼ਕਾਂ ਦਾ ਮੈਂ ਡਾਕਟਰ ਗਿੰਦਰ ਸਿੰਘ ਸਵਾਗਤ ਕਰਦਾ ਹਾਂ। ਜਿਸ ਤਰ੍ਹਾਂ ਆਪਾਂ ਨੇ ਪਿਛਲੀਆਂ ਵੱਖ-ਵੱਖ ਵੀਡੀਓਜ਼ ਦੇ ਵਿੱਚ ਕਵਿਤਾ, ਨਾਵਲ, ਨਾਟਕ ਜਾਂ ਇਹੋ ਜਿਹੇ ਹੋਰ ਸਾਹਿਤ ਰੂਪਾਂ ਬਾਰੇ ਗੱਲ ਕੀਤੀ ਹੈ ਜਾਂ ਉਹਨਾਂ ਦੀ ਜਾਣਕਾਰੀ ਹਾਸਲ ਕੀਤੀ ਆ, ਤੇ ਅੱਜ ਆਪਾਂ ਇਸ ਤੋਂ ਕਰਾਂਗੇ ਸਾਹਿਤ ਦੇ ਸੰਬੰਧ ਵਿੱਚ ਗੱਲ, ਤੇ ਪਰ ਇਸ ਤੋਂ ਥੋੜੇ ਜਿਹੇ ਵੱਖਰੇ ਵਿਸ਼ੇ ਬਾਰੇ ਗੱਲ ਕਰਾਂਗੇ, ਜਿਸ ਦੇ ਵਿੱਚ ਅੱਜ ਜਿਹੜਾ ਆਪਾਂ ਗੱਲ ਕਰਾਂਗੇ ਭਾਰਤੀ ਕਾਵਿ ਸ਼ਾਸਤਰ ਦੇ ਬਾਰੇ ਦੇ ਵਿੱਚ। ਤੇ ਭਾਰਤੀ ਕਾਵਿ ਸ਼ਾਸਤਰ ਦੇ ਵਿੱਚ ਜਿਹੜੇ ਵੱਖ-ਵੱਖ ਉਸ ਸਮੇਂ ਦੇ ਵਿਦਵਾਨਾਂ ਦੇ, ਆਚਾਰੀਆਂ ਦੇ ਸਿਧਾਂਤ ਦਿੱਤੇ ਹੋਏ ਆ, ਉਹਨਾਂ ਸਿਧਾਂਤਾਂ ਬਾਰੇ ਚਰਚਾ ਕਰਾਂਗੇ, ਜਾਂ ਉਸ ਤੋਂ ਇਲਾਵਾ ਉਹਨਾਂ ਸਿਧਾਂਤਾਂ ਦੇ ਵਿੱਚ ਕੀ ਹੈ, ਉਹਨਾਂ ਦੇ ਆਧਾਰ ਕੀ ਆ, ਉਹਨਾਂ ਦੇ ਬਾਰੇ ਜਾਂ ਉਹਨਾਂ ਦੇ ਬਾਰੇ ਪੂਰੀ ਜਾਣਕਾਰੀ ਹਾਸਲ ਕਰਾਂਗੇ। ਤੇ ਅੱਜ ਵੀ ਆਪਾਂ ਨੂੰ ਜਾਣਕਾਰੀ ਦੇਣਗੇ ਪ੍ਰੋਫੈਸਰ ਸਤਨਾਮ ਸਿੰਘ ਸੰਧੂ। ਸਰ, ਤੁਹਾਡਾ ਸਵਾਗਤ ਹੈ ਜੀ। ਧੰਨਵਾਦ ਡਾਕਟਰ ਗਿੰਦਰ ਸਿੰਘ। ਸਰ, ਜਿਹੜਾ ਭਾਰਤੀ ਕਾਵਿ ਸ਼ਾਸਤਰ ਆ, ਭਾਰਤੀ ਕਾਵਿ ਸ਼ਾਸਤਰ ਦੇ ਵਿੱਚ ਸਾਨੂੰ ਸਭ ਤੋਂ ਪਹਿਲਾਂ ਦਾ, ਜਿਵੇਂ ਆਪਾਂ ਗੱਲ ਕਰਦੇ ਹਾਂ ਭਾਰਤੀ ਕਾਵਿ ਸ਼ਾਸਤਰ, ਕਾਵਿ ਸ਼ਬਦ ਦੇ ਬਾਰੇ ਸਾਨੂੰ ਸਭ ਤੋਂ ਪਹਿਲਾਂ ਖੋਲ ਕੇ ਜਾਣਕਾਰੀ ਦਿਓ। ਡਾਕਟਰ ਗਿੰਦਰ ਸਿੰਘ, ਜਿਹੜੀ ਭਾਰਤੀ ਸਾਹਿਤ ਅਧਿਐਨ ਵਿਧੀ ਹੈ ਜੀ, ਇਹ ਤਕਰੀਬਨ 1500-1600 ਸਾਲ ਤੱਕ ਚੱਲਦੀ ਰਹੀ ਹੈ ਜੀ। ਇਹਦੇ ਵਿੱਚ ਪ੍ਰਮੁੱਖ ਤੌਰ ਤੇ ਸਾਹਿਤ ਦੇ ਸਾਰੇ ਪੱਖਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ, ਕਿਉਂਕਿ ਆਦਿਕਾਲ ਤੇ ਮੱਧਕਾਲ ਦੇ ਵਿੱਚ ਜਿਸ ਤਰੀਕੇ ਨਾਲ ਤੁਸੀਂ ਪੰਜਾਬੀ 'ਚ ਵੀ ਦੇਖਦੇ ਹੋ ਕਿ ਸਮੁੱਚੇ ਸਾਹਿਤ ਨੂੰ, ਭਾਵੇਂ ਉਹ ਬਿਰਤਾਂਤਕ ਸਾਹਿਤ ਹੋਵੇ ਤੇ ਭਾਵੇਂ ਅਧਿਆਤਮਕ ਸਾਹਿਤ ਹੋਵੇ, ਸਾਰੇ ਦਾ ਸਾਰਾ ਕਾਵਿ ਦੇ ਵਿੱਚ ਹੀ ਉਹ ਲਿਖਿਆ ਜਾਂਦਾ ਸੀ। ਇਸ ਕਰਕੇ ਜਦੋਂ ਅਸੀਂ ਭਾਰਤੀ ਪਰੰਪਰਾ ਦੇ ਵਿੱਚ ਅਸੀਂ ਤਿੰਨ ਸ਼ਬਦ ਲੈਨੇ ਆ, ਭਾਰਤੀ ਕਾਵਿ ਸ਼ਾਸਤਰ। ਭਾਰਤੀ ਤੋਂ ਮਤਲਬ ਉਹ ਵਿਸ਼ੇਸ਼ ਕਿਸਮ ਦੀ ਵਿਧੀ ਜਿਹੜੀ ਭਾਰਤ ਵਿੱਚ ਪਨਪੀ। ਕਾਵਿ ਤੋਂ ਮਤਲਬ ਉਸ ਸਮੇਂ ਰਚਿਆ ਗਿਆ ਸਾਰਾ ਸਾਹਿਤ। ਸ਼ਾਸਤਰ ਤੋਂ ਮਤਲਬ ਸਾਹਿਤ ਨੂੰ ਸਮਝਣ ਦਾ ਵਿਗਿਆਨ, ਸਾਹਿਤ ਨੂੰ ਸਮਝਣ ਦੀ ਵਿਧੀ, ਸਾਹਿਤ ਨੂੰ ਸਮਝਣ ਦਾ ਢੰਗ, ਸਾਹਿਤ ਨੂੰ ਸਮਝਣ ਦਾ ਟੂਲ, ਉਸ ਨੂੰ ਅਸੀਂ ਸ਼ਾਸਤਰ ਕਹਿੰਦੇ ਆ। ਇਸ ਕਰਕੇ ਭਾਰਤੀ ਕਾਵਿ ਸ਼ਾਸਤਰ ਦਾ ਮਤਲਬ ਇਹ ਬਣਦਾ ਹੈ ਕਿ ਸਾਹਿਤ ਅਧਿਐਨ ਦੀ ਉਹ ਵਿਧੀ ਜਿਸ ਦਾ ਭਾਰਤ ਵਿੱਚ ਵਿਕਾਸ ਹੋਇਆ, ਉਸ ਨੇ ਸਾਹਿਤ ਦੇ ਵੱਖ-ਵੱਖ ਅੰਗਾਂ ਪ੍ਰਤੀ ਅੰਗਾਂ ਨੂੰ ਕਿਸ ਰੂਪ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕੀਤੀ, ਉਸ ਨੂੰ ਅਸੀਂ ਭਾਰਤੀ ਕਾਵਿ ਸ਼ਾਸਤਰ ਆਖਦੇ ਹਾਂ। ਤੇ ਭਾਰਤੀ ਕਾਵਿ ਸ਼ਾਸਤਰ ਨੂੰ ਮੋਟੇ ਤੌਰ ਤੇ ਜਦੋਂ ਸਮਝਿਆ ਜਾਂਦਾ ਹੈ, ਸ਼ੁਰੂ ਦੇ ਵਿੱਚ ਇਹਨੂੰ ਅਲੰਕਾਰ ਸ਼ਾਸਤਰ ਵੀ ਕਿਹਾ ਜਾਣ ਲੱਗਿਆ। ਬੁਨਿਆਦੀ ਤੌਰ ਤੇ ਇਹ ਸਾਰੇ ਦਾ ਸਾਰਾ ਜਿਹੜਾ ਪ੍ਰਬੰਧ ਹੈ, ਇਹ ਸ਼ਬਦ ਅਤੇ ਅਰਥ ਦੇ ਦਵੰਧ ਦੇ ਵਿੱਚੋਂ ਨਿਕਲੀ ਹੋਈ ਚੀਜ਼ ਹੈ। ਤੇ ਭਾਰਤੀ ਕਾਵਿ ਸ਼ਾਸਤਰ ਦੇ ਵਿੱਚ ਇਹ ਸਾਰੇ ਸਾਹਿਤ ਦੇ ਸਕੂਲਾਂ ਨੂੰ, ਜਿਨ੍ਹਾਂ ਰਾਹੀਂ ਸਾਹਿਤ ਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ 6 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਤੇ ਉਹਨਾਂ 6 ਹਿੱਸਿਆਂ ਨੂੰ 6 ਸੰਪਰਦਾਵਾਂ ਵੀ ਕਿਹਾ ਗਿਆ। ਜਿਸ ਤਰੀਕੇ ਨਾਲ ਸੰਪਰਦਾ ਸ਼ਬਦ, ਸੰਪਰਦਾ ਤੋਂ ਮਤਲਬ ਇਹ ਹੁੰਦਾ ਹੈ ਕਿ ਜਦੋਂ ਕੋਈ ਵਿਅਕਤੀ ਕਿਸੇ ਇੱਕ ਵਰਤਾਰੇ ਨੂੰ ਸਮਝਣ ਵਾਸਤੇ, ਜਾਣਨ ਵਾਸਤੇ, ਉਹਦੀ ਵਿਆਖਿਆ ਕਰਨ ਵਾਸਤੇ ਇੱਕ ਖਾਸ ਕਿਸਮ ਦੇ ਵਿਧੀ ਵਿਧਾਨ ਨੂੰ ਅਪਣਾਉਂਦਾ ਹੈ, ਉਹਨੂੰ ਅਸੀਂ ਇੱਕ ਸੰਪਰਦਾ ਕਹਿੰਦੇ ਆ। ਜੇ ਅੱਜ ਦੇ ਹਵਾਲੇ ਨਾਲ ਮੈਂ ਇਸ ਗੱਲ ਨੂੰ ਸਮਝਾਉਣਾ ਹੋਵੇ ਤਾਂ ਅਸੀਂ ਕਹਿੰਦੇ ਆ ਕਿ ਸਿੱਖ ਧਰਮ ਪਰੰਪਰਾ ਦੇ ਵਿੱਚ ਕਈ ਸੰਪਰਦਾਵਾਂ, ਦਮਦਮੀ ਟਕਸਾਲ ਇੱਕ ਸੰਪਰਦਾ ਬਣ ਜਾਂਦੀ ਹੈ, ਅਖੰਡ ਕੀਰਤਨੀ ਜਥਾ ਇੱਕ ਦੂਸਰੀ ਸੰਪਰਦਾ ਬਣ ਜਾਂਦੀ ਹੈ। ਉਹਨਾਂ ਸਾਰਿਆਂ ਦੀ ਮਰਿਆਦਾ ਆਪਣੀ ਆਪਣੀ ਹੈ, ਹਾਲਾਂਕਿ ਉਹਨਾਂ ਦਾ ਟੀਚਾ ਇੱਕ ਹੈ। ਇਸੇ ਤਰੀਕੇ ਨਾਲ ਜਦੋਂ ਅਸੀਂ ਸਾਹਿਤ ਨੂੰ ਭਾਰਤੀ ਵਿਧੀ ਅਨੁਸਾਰ ਸਮਝਣ ਦੀ ਗੱਲ ਕਰਦੇ ਹਾਂ ਤਾਂ ਉੱਥੇ ਰਸ, ਧੁਨੀ, ਵਕਰੋਕਤੀ, ਰੀਤੀ, ਉਚਿਤਿਆ, ਅਲੰਕਾਰ, ਇਸ ਕਿਸਮ ਦੀਆਂ ਜਿਹੜੀਆਂ 6 ਸੰਪਰਦਾਵਾਂ ਸਾਡੇ ਕੋਲੇ ਆਉਂਦੀਆਂ, ਇਹਨਾਂ 6 ਦੀਆਂ 6 ਸੰਪਰਦਾਵਾਂ ਨੇ ਆਪਣੇ ਆਪਣੇ ਤਰੀਕੇ ਨਾਲ ਸਾਹਿਤ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਅਤੇ ਸਾਹਿਤ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ। ਇਸ ਤਰੀਕੇ ਨਾਲ ਅਸੀਂ ਜਿਹੜਾ ਭਾਰਤੀ ਕਾਵਿ ਸ਼ਾਸਤਰ ਹੈ, ਇਸ ਦੀ ਜਿਹੜੇ ਆਰੰਭ ਦੀ ਤੇ ਇਸ ਦੇ ਨਾਮਕਰਨ ਦੀ ਗੱਲ ਨੂੰ ਸਮਝ ਸਕਦੇ ਆ। ਜੀ ਸਰ, ਜਿਵੇਂ ਤੁਸੀਂ ਕਿਹਾ ਵੀ ਕਾਵਿ ਦੇ ਉਸ ਸਮੇਂ ਦਾ ਜਿਹੜਾ ਕਾਵਿ ਆ, ਕਾਵਿ ਦੇ ਵਿੱਚ ਸਾਰਾ ਹੀ ਸਾਹਿਤ ਆ ਜਾਂਦਾ ਸੀ। ਬਿਲਕੁਲ ਬਿਲਕੁਲ। ਤੇ ਇਹ ਜਿਹੜਾ ਕਾਵਿ ਜਾਂ ਸਾਹਿਤ ਰਚਨ ਕਰਨਾ ਜਾਂ ਜਿਹੜੀ ਇਸ ਦੀ ਰਚਨਾ, ਉਸ ਦਾ ਢੰਗ ਕੀ ਹੈ ਜੀ? ਫਿਰ ਦੇਖੋ, ਗੱਲ ਇਹ ਹੈ ਕਿ ਹਰ ਜਿਹੜਾ ਪਿੱਠਭੂਮੀ ਵਾਲਾ ਸਾਹਿਤ ਹੁੰਦਾ ਹੈ, ਉਹਦੇ ਵਿੱਚ ਆਪੋ ਆਪਣੇ ਕਿਸਮ ਦੀ ਰਚਨਾ ਵਿਧੀ ਜਾਂ ਰਚਨਾ ਕਰਨ ਵਾਲੇ ਨੂੰ ਸਮਝਣ ਦਾ ਇੱਕ ਵਿਸ਼ੇਸ਼ ਤਰ੍ਹਾਂ ਦਾ ਵਿਧਾਨ ਹੁੰਦਾ ਹੈ। ਜਿਹੜਾ ਆਪਣਾ ਸੰਸਕ੍ਰਿਤ ਵਿਧਾਨ ਹੈ ਕਿਸੇ ਰਚਨਾਕਾਰ ਨੂੰ ਸਮਝਣ ਦਾ, ਉਹ ਕਿਸੇ ਰਚਨਾਕਾਰ ਨੂੰ 3 ਹਿੱਸਿਆਂ ਦੇ ਵਿੱਚ ਦੇਖਦੇ ਆ ਕਿ ਜਿਹੜਾ ਇੱਕ ਸਾਹਿਤ ਰਚਨ ਵਾਲਾ ਵਿਅਕਤੀ ਹੈ, ਉਹਦੇ ਕੋਲੇ ਜੇ ਇਹ 3 ਵਰਤਾਰੇ ਹੋਣਗੇ ਤਾਂ ਉਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਉਹ ਵਿਅਕਤੀ ਸਾਹਿਤਕਾਰ ਬਣਦਾ ਹੈ ਜਾਂ ਬਣ ਸਕਦਾ ਹੈ। ਉਹ 3 ਹਿੱਸੇ ਹੈ, ਜਿਹਦੇ ਵਿੱਚ ਪਹਿਲਾ ਹਿੱਸਾ ਹੈ ਪ੍ਰਤਿਭਾ, ਦੂਸਰਾ ਸ਼ਬਦ ਹੈ ਵਿਉਤਪਤੀ ਤੇ ਤੀਸਰਾ ਪੱਖ ਕਹਿੰਦੇ ਆ ਅਭਿਆਸ। ਜਿਸ ਵਿਅਕਤੀ ਦੇ ਅੰਦਰ ਪ੍ਰਤਿਭਾ, ਵਿਉਤਪਤੀ ਅਤੇ ਅਭਿਆਸ
ਇਹ ਤਿੰਨੋਂ ਵਰਤਾਰੇ ਹੈ ਉਹ ਸਾਹਿਤਕਾਰ ਬਣਨ ਦੇ ਗੁਣਾਂ ਨੂੰ ਪੂਰਾ ਕਰਦਾ ਹੈ। ਹੁਣ ਇਹਨਾਂ ਤਿੰਨੇ ਪੱਖਾਂ ਨੂੰ ਕਿਵੇਂ ਸਮਝਿਆ ਜਾ ਸਕਦਾ ਹੈ? ਪ੍ਰਤਿਭਾ ਦਾ ਮਤਲਬ ਜੇ ਅੰਗਰੇਜ਼ੀ ਦੇ ਵਿੱਚ ਇਹਨੂੰ ਅਸੀਂ ਇਹਦੀ ਵਿਆਖਿਆ ਕਰੀਏ ਤਾਂ ਇਹਨੂੰ ਨੈਚੁਰਲ ਟੈਲੈਂਟ ਵੀ ਕਿਹਾ ਜਾਂਦਾ ਹੈ, ਜਿਹਨੂੰ ਅਸੀਂ ਕਿਸੇ ਬੰਦੇ ਦਾ ਕੁਦਰਤੀ ਗੁਣ ਕਹਿੰਦੇ ਆ, ਜਿਹਨੂੰ ਅਸੀਂ ਜਨਮਾਂ ਦਾ ਗੁਣ ਕਹਿ ਦਿੰਦੇ ਆ ਕਿ ਇਹ ਵਿਅਕਤੀ ਜਮਾਂਦਰੂ ਤੇਜ ਹੈ, ਇਹ ਵਿਅਕਤੀ ਜਮਾਂਦਰੂ ਤੀਖਣ ਹੈ। ਕਈ ਵਿਅਕਤੀਆਂ ਦੇ ਅੰਦਰ, ਜਿਵੇਂ ਇੱਕ ਪੰਜਾਬੀ ਦੇ ਵਿੱਚ ਆਮ ਤੌਰ ਤੇ ਵਾਕ ਵਰਤਿਆ ਜਾਂਦਾ ਹੈ ਕਿ ਜਿਹੜਾ ਹੋਣਹਾਰ ਬੰਦਾ ਹੁੰਦਾ ਹੈ ਉਹ ਜਨਮ ਤੋਂ ਹੀ ਤਿੱਖਾ ਹੁੰਦਾ ਹੈ, ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ। ਇਸ ਕਰਕੇ ਉਹ ਕਹਿੰਦੇ ਜਿਹੜਾ ਪ੍ਰਤਿਭਾਵਾਨ ਵਿਅਕਤੀ ਹੁੰਦਾ ਹੈ ਉਹ ਆਸੇ-ਪਾਸੇ ਦੀਆਂ ਚੀਜ਼ਾਂ ਵਸਤਾਂ ਨੂੰ ਸਮਝਣ ਵਾਸਤੇ ਦੂਜਿਆਂ ਤੋਂ ਥੋੜੀ ਜਿਹੀ ਤੀਖਣ ਬੁੱਧੀ ਰੱਖਦਾ ਹੈ। ਉਸ ਦੀ ਉਸ ਵਿਸ਼ੇਸ਼ ਕਿਸਮ ਦੀ ਤੀਖਣਤਾ ਕਾਰਨ ਉਹਦੇ ਅੰਦਰ ਜਨਮ ਤੋਂ ਪਏ ਹੋਏ ਵਿਸ਼ੇਸ਼ ਕਿਸਮ ਦੇ ਦਿਮਾਗੀ ਤੇਜ਼ੀ ਕਾਰਨ ਉਹ ਵਿਅਕਤੀ ਹੈ ਜਿਹੜਾ ਉਹ ਸਿਰਜਕ ਬਣਨ ਦੇ ਵੱਲ ਜਾਂਦਾ ਹੈ। ਇਸ ਨੂੰ ਅਸੀਂ ਉਸ ਵਿਅਕਤੀ ਦੀ ਪ੍ਰਤਿਭਾ ਆਖਦੇ ਹਾਂ। ਦੂਸਰੇ ਪੱਖ ਤੋਂ ਅਸੀਂ ਦੂਜਾ ਇਹਦਾ ਹਿੱਸਾ ਲੈਨੇ ਆ ਵਿਉਤਪਤੀ। ਵਿਉਤਪਤੀ ਦਾ ਮਤਲਬ ਹੁੰਦਾ ਹੈ ਰੀਪਰੋਡਕਸ਼ਨ, ਕਿਸੇ ਚੀਜ਼ ਦੀ ਉਪਜ ਨੂੰ ਦੁਬਾਰਾ ਪੈਦਾ ਕਰਕੇ ਦੇਖਣਾ, ਉਹਨੂੰ ਵਿਉਤਪਤੀ ਦੇ ਅੰਤਰਗਤ ਰੱਖਿਆ ਜਾਂਦਾ ਹੈ। ਵਿਉਤਪਤੀ ਉਹ ਵਰਤਾਰਾ ਹੁੰਦਾ ਹੈ ਕਿ ਇੱਕ ਪ੍ਰਤਿਭਾਵਾਨ ਵਿਅਕਤੀ ਆਸੇ-ਪਾਸੇ ਆਲੇ ਦੁਆਲੇ ਦੀਆਂ ਘਟਨਾਵਾਂ ਨੂੰ, ਵਿਚਾਰਾਂ ਨੂੰ, ਲੋਕਾਂ ਨੂੰ, ਸਮੱਸਿਆਵਾਂ ਨੂੰ ਦੇਖ ਕੇ ਉਹਨਾਂ ਬਾਰੇ ਕਿਹੋ ਜਿਹਾ ਪ੍ਰਤੀਕਰਮ ਦਿੰਦਾ ਹੈ। ਕਿਉਂਕਿ ਸਾਹਿਤ ਨੂੰ ਅਸੀਂ ਵਾਰ-ਵਾਰ ਕਹਿੰਦੇ ਆ ਕਿ ਸਮਾਜ ਦਾ ਦਰਪਣ ਹੈ। ਸਮਾਜ ਦੇ ਦਰਪਣ ਦੇ ਵਿੱਚੋਂ ਸਾਹਿਤ ਨੂੰ ਦੇਖ ਕੇ ਕੋਈ ਵਿਅਕਤੀ ਆਪਣੀ ਭਾਸ਼ਾ ਦੇ ਮਾਧਿਅਮ ਰਾਹੀਂ ਚੀਜ਼ਾਂ ਨੂੰ ਦੁਬਾਰਾ ਸਿਰਜਿਤ ਕਰਨ ਦੀ ਸ਼ਕਤੀ ਰਾਹੀਂ ਸਮਾਜ ਦਾ ਕਿਹੋ ਜਿਹਾ ਬਿੰਬ ਪੇਸ਼ ਕਰਦਾ ਹੈ, ਇਸ ਨੂੰ ਅਸੀਂ ਉਸ ਵਿਅਕਤੀ ਦੀ ਵਿਉਤਪਤੀ, ਸ਼ਬਦਾਂ ਨੂੰ ਸਾਕਾਰ ਕਰਨ ਦੀ ਸਮਰੱਥਾ ਆਖਦੇ ਹਾਂ। ਕਿਉਂਕਿ ਬਹੁਤ ਸਾਰੇ ਵਿਅਕਤੀ ਇਹ ਹੁੰਦੇ ਕਿ ਤੁਹਾਡੇ ਸਾਹਮਣੇ ਕਿਸੇ ਚੀਜ਼ ਦੀ ਤਸਵੀਰ ਪੇਸ਼ ਕਰ ਦਿੰਦੇ ਆ। ਫਾਰ ਐਗਜ਼ਾਮਪਲ, ਇੱਕ ਸੁਖਦੇਵ ਸਿੰਘ ਪੰਧੇਰ ਦਾ ਲਿਖਿਆ ਹੋਇਆ ਸਫ਼ਰਨਾਮਾ ਹੈ ਪੈਰਿਸ ਦੀ ਕੁੜੀ, ਜਾਂ ਬਲਰਾਜ ਸਾਹਨੀ ਦਾ ਸਫ਼ਰਨਾਮਾ ਹੈ ਮੇਰਾ ਪਾਕਿਸਤਾਨੀ ਸਫ਼ਰਨਾਮਾ। ਉਹ ਵਿਅਕਤੀ ਜਦੋਂ ਉਸ ਜਗ੍ਹਾ ਤੇ ਜਾ ਕੇ ਆਉਂਦੇ ਆ ਤਾਂ ਆਪਣੀ ਪ੍ਰਤਿਭਾ ਦੇ ਨਾਲ ਤੁਹਾਨੂੰ ਇਸ ਤਰੀਕੇ ਨਾਲ ਦਿਖਾ ਦਿੰਦੇ ਆ ਜਿਵੇਂ ਤੁਸੀਂ ਵੀ ਉੱਥੇ ਘੁੰਮ ਰਹੇ ਹੋ। ਜਦੋਂ ਭਾਈ ਵੀਰ ਸਿੰਘ ਕਹਿੰਦਾ ਵੈਰੀ ਨਾਗ ਤੇਰਾ ਪਹਿਲਾ ਝਲਕਾ ਜਦ ਅੱਖੀਆਂ ਵਿੱਚ ਵੱਜਦਾ, ਤਾਂ ਵੈਰੀ ਨਾਗ ਦੇ ਚਸ਼ਮੇ ਦਾ ਝਲਕ ਹੈ ਜਿਹੜੀ ਤੁਹਾਡੇ ਸਾਹਮਣੇ ਆਪਣੀ ਵਿਉਤਪਤੀ ਨਾਲ ਸਾਕਾਰ ਕਰ ਦਿੰਦਾ ਹੈ। ਜਦੋਂ ਧਨੀ ਰਾਮ ਚਾਤਰ ਕਹਿੰਦਾ ਕਿ ਤੂੜੀ ਤੰਦ ਸਾਹ ਮਹਾੜੀ ਵਿੱਚ ਵੱਟ ਕੇ ਲੰਬੜਾ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ, ਉਹ ਪੰਜਾਬ ਦੀ ਉਸ ਸਮੇਂ ਦੇ ਸੱਭਿਆਚਾਰ ਦੀ ਤਸਵੀਰ ਤੁਹਾਡੇ ਕੋਲੇ ਪੇਸ਼ ਕਰ ਦਿੰਦਾ ਹੈ। ਜਦੋਂ ਗਿਆਨੀ ਗੁਰਦਿੱਤ ਸਿੰਘ ਮੇਰਾ ਪਿੰਡ ਲਿਖਦਾ ਤਾਂ ਉਹਦੇ ਵਿੱਚ ਹਾੜਾਂ ਦਾ ਦੁਪਹਿਰਾ, ਸੰਤਾਂ ਦੀ ਫੇਰੀ, ਉਹ ਸਾਰੇ ਕੁਝ ਨੂੰ ਤੁਹਾਡੇ ਸਾਹਮਣੇ ਆਪਣੀ ਜਿਹੜੀ ਵਿਉਤਪਤੀ ਨਾਲ, ਸ਼ਬਦ ਕਲਾ ਦੇ ਨਾਲ ਉਹਨੂੰ ਜਾਗਦਾ ਕਰ ਦਿੰਦਾ ਹੈ। ਤੀਸਰੀ ਗੱਲ ਹੁੰਦੀ ਹੈ ਅਭਿਆਸ ਦੀ। ਅਭਿਆਸ ਤੋਂ ਮਤਲਬ ਇਹ ਹੁੰਦਾ ਹੈ ਕਿ ਲਗਾਤਾਰ ਜਦੋਂ ਕੋਈ ਵਿਅਕਤੀ ਕਿਸੇ ਰਚਨਾ ਤੇ ਕੰਮ ਕਰਦਾ ਹੈ ਉਹਦੀ ਲਿਖਣ ਕਲਾ ਦੇ ਵਿੱਚ ਸੁਧਾਰ ਹੁੰਦਾ ਹੈ। ਜਦੋਂ ਕਿਸੇ ਵਿਅਕਤੀ ਦੀ ਨਿਰੰਤਰ ਤੌਰ ਤੇ ਲਿਖਣ ਦੀ ਸੋਝੀ ਤੇਜ਼ ਹੁੰਦੀ ਜਾਂਦੀ ਹੈ, ਹੌਲੀ ਹੌਲੀ ਉਹ ਵਿਅਕਤੀ ਦਾ ਜਿਹੜਾ ਕਿਸੇ ਵੀ ਕਲਾ ਦੇ ਖੇਤਰ ਵਿੱਚ ਜਦੋਂ ਉਹ ਕੰਮ ਕਰਦਾ ਹੈ ਨਿਖਾਰ ਆਉਂਦਾ ਜਾਂਦਾ ਹੈ। ਸੰਗੀਤ ਦੇ ਖੇਤਰ ਦੇ ਵਿੱਚ ਇਸ ਨੂੰ ਰਿਆਜ਼ ਕਿਹਾ ਜਾਂਦਾ ਹੈ। ਜਿਵੇਂ ਜਿਵੇਂ ਕੋਈ ਵਿਅਕਤੀ ਵੱਧ ਰਿਆਜ਼ ਕਰੂਗਾ ਉਵੇਂ ਜਿਵੇਂ ਉਹਦੀਆਂ ਜਿਹੜੀਆਂ ਉਹਦੇ ਸਵਾਰੇ ਪੱਕਦੇ ਜਾਂਦੇ ਆ, ਉਹਨਾਂ 'ਚ ਪਕਿਆਈ ਤੇ ਪੁਖਤਗੀ ਆਉਂਦੀ ਜਾਂਦੀ ਹੈ। ਇਸੇ ਤਰੀਕੇ ਨਾਲ ਇੱਕ ਵਧੀਆ ਲੇਖਕ ਬਣਨ ਦੇ ਲਈ ਜਿੱਥੇ ਉਸ ਵਿਅਕਤੀ ਦੇ ਵਿੱਚ ਕੁਦਰਤੀ ਟੈਲੈਂਟ ਹੁੰਦਾ ਹੈ, ਪ੍ਰਤਿਭਾ ਹੁੰਦੀ ਹੈ, ਨਾਲ ਹੀ ਉਸ ਵਿਅਕਤੀ ਵਿੱਚ ਸ਼ਬਦਾਂ ਰਾਹੀਂ ਜਿਹੜਾ ਆਲੇ ਦੁਆਲੇ ਸਮਾਜ ਦਾ ਬਿੰਬ ਸਾਕਾਰ ਕਰਨ ਦੀ ਸ਼ਕਤੀ ਹੁੰਦੀ ਹੈ। ਫਿਰ ਉਹ ਵਿਅਕਤੀ ਲਗਾਤਾਰ ਉਸ ਚੀਜ਼ ਨੂੰ ਕਰਨ ਦਾ ਅਭਿਆਸ ਕਰਦਾ ਹੈ। ਜਿਵੇਂ ਇੱਕ ਪਲੇਅਰ ਹੈ ਜਿਹੜਾ ਆਪਣੀ ਗੇਮ ਦੀ ਤਿਆਰੀ ਕਰਦਾ ਹੈ, ਇੱਕ ਗਾਇਕ ਹੈ ਜਿਹੜਾ ਉਹ ਰਿਆਜ਼ ਕਰਦਾ ਹੈ, ਇਸੇ ਤਰੀਕੇ ਨਾਲ ਇੱਕ ਲੇਖਕ ਹੈ ਇਹਦਾ ਰਿਆਜ਼ ਲਿਖਤ ਨਾਲ ਹੁੰਦਾ ਹੈ। ਇਹ ਲਿਖਣ ਦਾ ਰਿਆਜ਼ ਕਰਦਾ ਹੈ, ਉਹਦੇ ਵਿੱਚੋਂ ਫਿਰ ਇੱਕ ਵਧੀਆ ਕਿਸਮ ਦਾ ਸਾਹਿਤਕਾਰ ਉੱਭਰ ਕੇ ਸਾਹਮਣੇ ਆਉਂਦਾ ਹੈ ਜਿਹਨੂੰ ਛੰਦ ਦੀ, ਰਸ ਦੀ, ਸ਼ਬਦ ਦੀ, ਬੰਤਰ ਦੀ, ਸਾਰੀਆਂ ਚੀਜ਼ਾਂ ਦੀ ਸਮਝ ਹੁੰਦੀ ਹੈ। ਇਸ ਤਰੀਕੇ ਨਾਲ ਸੰਸਕ੍ਰਿਤ ਪਰੰਪਰਾ ਅਨੁਸਾਰ ਜਿਹੜਾ ਇੱਕ ਲੇਖਕ ਹੈ, ਸਾਹਿਤ ਰਚਨਕਾਰ ਹੈ, ਉਹ ਤਿਆਰ ਹੁੰਦਾ ਹੈ। ਜੀ ਸਰ, ਜਿਵੇਂ ਭਾਰਤੀ ਕਾਵਿ ਸ਼ਾਸਤਰ ਦੇ ਵਿੱਚ ਆਪਾਂ ਦੇਖਦੇ ਹਾਂ, ਜਿਵੇਂ ਤੁਸੀਂ ਸੰਪਰਦਾਵਾਂ ਦੀ ਗੱਲ ਕੀਤੀ ਹੈ ਤੇ ਉਹਦੇ ਵਿੱਚ ਰਸ ਵੀ ਸਾਨੂੰ ਅੱਗੇ ਜਿਹੜੀ ਸੰਪਰਦਾ ਉਹਨਾਂ ਦਾ ਰਸ ਦਾ ਸਿਧਾਂਤ ਹੈ ਜੀ, ਉਸੇ ਤਰ੍ਹਾਂ ਧੁਨੀ ਵੀ ਹੈ, ਵਕਰੋਕਤੀ ਹੈ, ਚੌਥੇ ਅਲੱਗ-ਅਲੱਗ ਆ ਇਹ, ਤੇ ਆਪਾਂ ਇਹਨਾਂ ਦੇ ਬਾਰੇ ਵੱਖਰੀ ਗੱਲ ਕਰਾਂਗੇ। ਤੇ ਪਰ ਅੱਜ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਰਸ ਬਾਰੇ ਜਾਣਕਾਰੀ ਦਿਓ ਸਰ, ਰਸ ਕੀ ਹੈ?
ਦੇਖੋ ਡਾਕਟਰ ਗਿੰਦਰ ਸਿੰਘ, ਜਦੋਂ ਅਸੀਂ ਕਿਸੇ ਵੀ ਸੰਪਰਦਾ ਨੂੰ ਸਮਝਣਾ ਹੈ ਜਾਂ ਕਿਸੇ ਵੀ ਵਰਤਾਰੇ ਨੂੰ ਸਮਝਣਾ ਹੈ, ਸਭ ਤੋਂ ਪਹਿਲਾਂ ਉਹਦੇ ਸ਼ਾਬਦਿਕ ਅਰਥ ਨੂੰ ਸਮਝਣਾ ਜ਼ਰੂਰੀ ਹੁੰਦਾ ਹੈ ਜੀ। ਜਿਹੜਾ ਰਸ ਸ਼ਬਦ ਹੈ ਇਹਨੂੰ ਬਿਲਕੁਲ ਸਧਾਰਨ ਰੂਪ ਦੇ ਵਿੱਚ ਸਮਝਣਾ ਚਾਹੀਦਾ ਹੈ। ਜੇ ਅੱਜ ਕਿਸੇ ਬੱਚੇ ਨੂੰ ਅਸੀਂ ਦੱਸੀਏ ਕਿ ਤੂੰ ਗੰਨੇ ਦਾ ਰਸ ਪੀਣਾ ਹੈ, ਤੂੰ ਕਿਸੇ ਹੋਰ ਸੰਤਰੇ ਦਾ ਰਸ, ਮਸੰਮੀ ਦਾ ਰਸ, ਤਾਂ ਉਹ ਕੀ ਹੁੰਦਾ ਹੈ? ਰਸ ਕੋਈ ਵੀ ਉਹ ਚੀਜ਼ ਜਿਹਨੂੰ ਪੀਣ ਤੋਂ ਬਾਅਦ ਤੁਹਾਡੇ ਮੂੰਹ ਦੇ ਵਿੱਚ ਸਵਾਦ ਆਵੇ, ਉਸ ਨੂੰ ਅਸੀਂ ਜੂਸ ਜਾਂ ਰਸ ਆਖ ਦਿੰਨੇ ਆ। ਚੰਗੇ ਬੋਲ ਸੁਣਨ ਤੋਂ ਬਾਅਦ ਤੁਹਾਡੇ ਕੰਨਾਂ ਦੇ ਵਿੱਚ ਰਸ ਆਵੇ, ਉਸ ਨੂੰ ਅਸੀਂ ਮਧੁਰ ਬਾਣੀ ਦਾ ਰਸ ਆਖ ਦਿੰਨੇ ਆ। ਇਸ ਤਰੀਕੇ ਨਾਲ ਜਿਹੜਾ ਮਨੁੱਖ ਦੀਆਂ ਗਿਆਨ ਇੰਦਰੀਆਂ ਰਾਹੀਂ ਜਦੋਂ ਉਸ ਨੂੰ ਤ੍ਰਿਪਤੀ ਮਹਿਸੂਸ ਹੋਵੇ, ਆਨੰਦ ਮਹਿਸੂਸ ਹੋਵੇ, ਤਾਂ ਉਸ ਚੀਜ਼ ਨੂੰ ਅਸੀਂ ਇਹ ਕਹਿ ਦਿੰਨੇ ਆ ਕਿ ਉਹ ਰਸ ਹੈ। ਜਿਹੜੇ ਸਾਡੇ ਸੰਸਕ੍ਰਿਤ ਆਚਾਰੀ ਹੈ, ਇਹਨਾਂ ਨੇ ਬੜਾ ਸੋਹਣਾ ਇੱਕ ਆਪਣਾ ਉਹਨੂੰ ਦੋਹਾ ਕਹਿ ਲੋ, ਸ਼ਲੋਕ ਕਹਿ ਲੋ, ਪੰਕਤੀ ਕਹਿ ਲੋ, ਉਹ ਦਿੱਤੀ ਹੋਈ ਹੈ। ਇਹ ਕਹਿੰਦੇ ਆ ਰਸਿਆ ਤੇ ਆਸਵਾਦੈ ਤੇ ਅਸੋ ਇਤੀ ਰਸ। ਇਹ ਕਹਿੰਦੇ ਕਿ ਜਿਸ ਤੋਂ ਕੋਈ ਸਵਾਦ ਪ੍ਰਾਪਤ ਹੋਵੇ ਉਹੀ ਰਸ ਹੈ। ਤੁਹਾਨੂੰ ਕੋਈ ਫਿਲਮ ਦੇਖ ਕੇ ਸਵਾਦ ਆਉਂਦਾ ਹੈ, ਕਵਿਤਾ ਪੜ੍ਹ ਕੇ ਸਵਾਦ ਆਉਂਦਾ ਹੈ, ਗੀਤ ਸੁਣ ਕੇ ਸਵਾਦ ਆਉਂਦਾ ਹੈ, ਨਾਵਲ ਪੜ੍ਹ ਕੇ, ਕਹਾਣੀ ਪੜ੍ਹ ਕੇ, ਜਿਸ ਚੀਜ਼ ਤੋਂ ਵੀ ਤੁਹਾਨੂੰ ਸਵਾਦ ਪ੍ਰਾਪਤ ਹੁੰਦਾ ਉਸ ਨੂੰ ਅਸੀਂ ਰਸ ਕਹਿ ਦਿੰਦੇ ਹਾਂ। ਤੇ ਜਿਹੜਾ ਰਸ ਹੈ, ਇਸ ਨੂੰ ਅੰਗਰੇਜ਼ੀ ਦੇ ਵਿੱਚ ਪ੍ਰਾਇਵਾਚੀ ਸ਼ਬਦ ਮੂਡ ਦੇ ਤੌਰ ਤੇ ਵੀ ਵਰਤਿਆ ਜਾਂਦਾ ਹੈ। ਕਿਸੇ ਰਚਨਾ ਨੂੰ ਪੜ੍ਹ ਕੇ ਕੋਈ ਵਿਅਕਤੀ ਕਹਿੰਦਾ ਕਿ ਮੈਂ ਪਰੇਸ਼ਾਨ ਹੈ, ਉਹ ਸੁਖਮਨੀ ਸਾਹਿਬ ਪੜ੍ਹਦਾ, ਉਹਦੇ ਮਨ ਨੂੰ ਸ਼ਾਂਤੀ ਮਿਲਦੀ ਹੈ, ਉਹਦੇ ਮਨ 'ਚ ਸ਼ਾਂਤ ਰਸ ਆ ਜਾਂਦਾ। ਕੋਈ ਵਿਅਕਤੀ ਢਹਿੰਦੀ ਕਲਾ ਦੇ ਵਿੱਚ ਹੈ, ਉਹ ਜੰਗਨਾਮਾ ਸ਼ਾਹ ਮੁਹੰਮਦ ਪੜ੍ਹਦਾ ਹੈ, ਉਸ ਨੂੰ ਹੌਸਲਾ ਮਿਲਦਾ ਹੈ ਕਿ ਸ਼ਾਹ ਮੁਹੰਮਦ ਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨੇ ਮੂੰਹਾਂ ਲਹੂ ਨਿਚੋੜ ਸਿੱਟੇ। ਉਹਨੂੰ ਲੱਗਦਾ ਕਿ ਹਾਂ ਇਹ ਹੌਸਲੇ ਵਾਲੀ ਰਚਨਾ ਹੈ। ਇਸ ਕਰਕੇ ਸਾਹਿਤ ਰਚਨਾ ਜਿਸ ਕਿਸਮ ਦਾ ਤੁਹਾਡੇ ਅੰਦਰ ਖਾਸ ਪ੍ਰਭਾਵ ਸਿਰਜਦੀ ਹੈ, ਉਸ ਨੂੰ ਅਸੀਂ ਸਾਹਿਤਕ ਤੌਰ ਤੇ ਰਸ ਕਹਿੰਦੇ ਆ। ਸ਼ਾਬਦਿਕ ਤੌਰ ਤੇ ਜੋ ਚੀਜ਼ ਵੀ ਤੁਹਾਨੂੰ ਸਵਾਦ ਦਿੰਦੀ ਹੈ, ਉਸ ਨੂੰ ਅਸੀਂ ਰਸ ਦੇ ਅੰਤਰਗਤ ਰੱਖ ਕੇ ਦੇਖਦੇ ਹਾਂ ਜੀ। ਤੇ ਸਰ, ਜਿਹੜੇ ਭਾਰਤੀ ਕਾਵਿ ਸ਼ਾਸਤਰ ਦੇ ਵਿੱਚ ਜਿਹੜਾ ਰਸ ਸਿਧਾਂਤ ਦੀ ਜਾਂ ਰਸ ਦੀ ਉਤਪਤੀ ਆ, ਇਹ ਰਸ ਦੀ ਉਤਪਤੀ ਨੂੰ ਉਹਨਾਂ ਆਚਾਰੀਆਂ ਨੇ ਕਿਵੇਂ ਮੰਨਿਆ ਜਾਂ ਕੀ ਹੈ ਜੀ ਇਸ ਲਈ? ਹਾਂ, ਜਦੋਂ ਅਸੀਂ ਰਸ ਦੀ ਉਤਪਤੀ ਦੀ ਗੱਲ ਕਰਦੇ ਹਾਂ ਤਾਂ ਇਹ ਵਰਤਾਰਾ ਬਹੁਤ ਚੰਗੇ ਤਰੀਕੇ ਨਾਲ ਸਮਝਣ ਦੀ ਸਾਨੂੰ ਲੋੜ ਹੈ। ਜਦੋਂ ਅਸੀਂ ਕਿਸੇ ਵੀ ਸੰਪਰਦਾ ਨੂੰ ਸਮਝਣਾ ਹੈ, ਇਹ ਵਿਦਿਆਰਥੀਆਂ ਦੇ ਕੰਮ ਦੀ ਗੱਲ ਹੈ। ਉਹਦੇ ਵਿੱਚ 5 ਨੁਕਤੇ ਆ ਜਿਹੜੇ ਉਹ ਬਹੁਤ ਧਿਆਨ ਦੀ ਮੰਗ ਕਰਦੇ ਆ। ਉਹ 5 ਨੁਕਤੇ ਕਿਹੜੇ ਆ? ਸਭ ਤੋਂ ਪਹਿਲਾਂ ਉਸ ਸ਼ਬਦ ਦਾ ਅਰਥ ਕੀ ਹੈ। ਨੰਬਰ 2 ਤੇ ਉਹ ਕਿਹੜੀ ਰਚਨਾ ਦੇ ਵਿੱਚ ਪੇਸ਼ ਕੀਤਾ ਗਿਆ ਸਿਧਾਂਤ ਹੈ। ਨੰਬਰ 3 ਤੇ ਉਹਦਾ ਸਿਧਾਂਤਕਾਰ ਕੌਣ ਹੈ। ਨੰਬਰ 4 ਤੇ ਉਸ ਦਾ ਸਿਧਾਂਤ ਕੀ ਹੈ। ਨੰਬਰ 5 ਤੇ ਉਹਦਾ ਸਾਹਿਤ ਅਤੇ ਆਲੋਚਨਾ ਨਾਲ ਕੀ ਸੰਬੰਧ ਹੈ। ਜਦੋਂ ਸਾਨੂੰ ਇਹ ਪੱਖਾਂ ਦਾ ਪਤਾ ਲੱਗ ਜੂਗਾ ਤਾਂ ਅਸੀਂ ਉਸ ਸੰਪਰਦਾ ਬਾਰੇ ਸੰਪੂਰਨ ਗਿਆਨ ਸਾਨੂੰ ਮਿਲ ਜਾਂਦਾ ਹੈ। ਕਿਉਂਕਿ ਸਾਰੀਆਂ ਸੰਪਰਦਾਵਾਂ ਬਾਰੇ ਜਦੋਂ ਅਸੀਂ ਜਾਣਨਾ ਹੈ ਤਾਂ ਇਸ ਮੰਤਰ ਨੂੰ ਯਾਦ ਰੱਖਣਾ ਜ਼ਰੂਰੀ ਹੈ। ਰਸ ਦੇ ਸ਼ਾਬਦਿਕ ਅਰਥ ਦੱਸੇ। ਉਸ ਤੋਂ ਬਾਅਦ ਦੂਸਰਾ ਪੱਖ ਹੈ ਕਿ ਜਿਹੜਾ ਨਾਟਿਆ ਸ਼ਾਸਤਰ ਗ੍ਰੰਥ ਹੈ, ਭਰਤ ਮੁਨੀ ਜੀ ਨੇ 2ਰੀ ਸਦੀ ਈਸਵੀ ਦੇ ਵਿੱਚ ਲਿਖਿਆ ਹੈ, ਉਸ ਦੇ ਵਿੱਚ ਰਸ ਦਾ ਸਿਧਾਂਤ ਦਿੱਤਾ ਗਿਆ। ਸੰਸਕ੍ਰਿਤ ਭਾਸ਼ਾ ਦੇ ਵਿਦਵਾਨਾਂ ਦੀ ਇੱਕ ਖਾਸੀਅਤ ਹੈ ਕਿ ਇਹ ਬਹੁਤ ਸੰਯੁਕਤ ਤੇ ਸੂਤਰਕ ਰੂਪ ਦੇ ਵਿੱਚ ਆਪਣੀ ਗੱਲ ਕਹਿਣ ਦੇ ਵਿੱਚ ਪ੍ਰਵੀਨ ਮੰਨੇ ਜਾਂਦੇ ਸੀ। ਤਾਂ ਭਰਤ ਮੁਨੀ ਨੇ ਇੱਕ ਸੂਤਰ ਦਿੱਤਾ। ਉਹ ਸੂਤਰ ਹੈ ਵਿਭਾਵਾ ਅਨੁਭਾਵ ਵਿਚਾਰੀ ਸੰਯੋਗਾਦ ਰਸ ਨਿਸ਼ਪਤੀ। ਇਹ ਲੰਬਾ ਸੂਤਰ ਹੈ, ਕਈ ਵਾਰੀ ਸੁਣ ਕੇ ਲੱਗਦਾ ਹੈ ਕਿ ਇਹਦੇ ਸਾਰੇ ਪੱਖ ਸਮਝ ਨਹੀਂ ਆਏ। ਮੈਂ ਇੱਕ ਇੱਕ ਕਰਕੇ ਦੱਸਣ ਦੀ ਕੋਸ਼ਿਸ਼ ਕਰਦਾ ਹਾਂ। ਉਹ ਕਹਿੰਦੇ ਹੈ ਕਿ ਹਰ ਬੰਦੇ ਦੇ ਅੰਦਰ ਭਾਵ ਹੁੰਦੇ ਆ ਜਿਹਨੂੰ ਵਿਭਾਵਾ ਕਿਹਾ ਜਾਂਦਾ ਹੈ। ਅਨੁਭਵ, ਉਹ ਆਪਣੇ ਭਾਵਾਂ ਨੂੰ ਜਦੋਂ ਅਨੁਭਵ ਕਰਦਾ ਹੈ। ਵਿਚਾਰੀ, ਉਹ ਉਹਦੇ ਮਨ ਦੇ ਵਿੱਚ ਸੰਚਾਰਿਤ ਹੁੰਦੇ ਆ। ਸੰਯੋਗ ਆਦ, ਮਨ ਦਾ, ਸਰੀਰ ਦਾ, ਭਾਵਾਂ ਦਾ ਸੰਚਾਰ ਹੁੰਦਾ ਹੈ। ਰਸ ਨਿਸ਼ਪਤੀ, ਤਾਂ ਉਹਦੇ ਨਾਲ ਰਸ ਦੀ ਉਤਪਤੀ ਹੁੰਦੀ ਹੈ। ਪੂਰੇ ਸੂਤਰ ਦਾ ਭਾਵ, ਜਦੋਂ ਕਿਸੇ ਵਿਅਕਤੀ ਦੇ ਮਨ ਅੰਦਰ ਵਿਸ਼ੇਸ਼ ਕਿਸਮ ਦੇ ਭਾਵਾਂ ਦਾ ਸੰਚਾਰ ਹੁੰਦਾ ਹੈ ਅਤੇ ਉਹ ਭਾਵ ਉਸ ਵਿਅਕਤੀ ਦੇ ਮਨ ਮਸਤਕ ਨੂੰ ਪ੍ਰਭਾਵਿਤ ਕਰਦੇ ਹੈ, ਤਾਂ ਉਹਦੇ ਨਾਲ ਰਸ ਦੀ ਉਤਪਤੀ ਹੁੰਦੀ ਹੈ। ਇਹਦਾ ਪੂਰਾ ਅਰਥ ਇਹ ਹੈ। ਹੁਣ ਸਭ ਤੋਂ ਪਹਿਲੀ ਗੱਲ ਕਿ ਭਾਵ ਕੀ ਹੁੰਦੇ ਹੈ। ਜਿਹੜਾ ਸਾਡਾ ਸਾਰੇ ਦਾ ਸਾਰਾ ਸਾਹਿਤ ਹੈ, ਇਹ ਕੀ ਹੈ? ਇਹ ਮਨੁੱਖੀ ਭਾਵਾਂ ਦੀ ਹੀ ਗੱਲ ਕਰਦਾ ਹੈ। ਜੇ ਇਕਨੋਮਿਕਸ ਅਰਥਚਾਰੇ ਦੀ ਗੱਲ ਕਰਦੀ ਹੈ, ਕਮਰਸ ਵਣਜ ਵਪਾਰ ਦੀ ਗੱਲ ਕਰਦੀ ਹੈ, ਬੋਟਨੀ, ਜੂਲੋਜੀ, ਬਨਸਪਤੀ ਤੇ ਹੋਰ ਚੀਜ਼ਾਂ ਦੀ ਗੱਲ ਕਰਦੀਆਂ, ਫਿਜ਼ਿਕਸ, ਮਟੀਰੀਅਲ ਸਾਇੰਸ ਦੀ ਗੱਲ ਕਰਦੀ ਹੈ, ਤਾਂ ਸਾਹਿਤ ਕੀ ਕਰਦਾ ਹੈ? ਸਾਹਿਤ ਮਨੁੱਖੀ ਭਾਵਾਂ ਦੀ ਗੱਲ ਕਰਦਾ ਹੈ। ਇੱਕ ਮਨੁੱਖ ਦਾ ਦੂਜੇ ਮਨੁੱਖ ਨਾਲ ਕਿਹੋ ਜਿਹਾ ਤਲਕ ਹੈ,
ਜਦੋਂ ਉਹ ਕਿਸੇ ਵਿਅਕਤੀ ਨੂੰ ਤੁਸੀਂ ਕੋਈ ਚੀਜ਼ ਲਿਖ ਕੇ ਦਿੰਦੇ ਹੋ ਤਾਂ ਉਹਦਾ ਦੂਸਰੇ ਤੇ ਕੀ ਅਸਰ ਪੈਂਦਾ ਹੈ। ਤੁਸੀਂ ਖੁਸ਼ੀ ਦੇ ਸਮੇਂ ਕਿਸ ਕਿਸਮ ਦੇ ਭਾਵ ਪੈਦਾ ਕਰਦੇ ਹੋ, ਗਮ ਦੇ ਸਮੇਂ ਤੁਹਾਡੇ ਭਾਵ ਕਿਹੋ ਜਿਹੇ ਹੁੰਦੇ ਆ, ਕਿਸ ਵਿਸ਼ੇਸ਼ ਕਿਸਮ ਦੀ ਰਚਨਾ ਦਾ ਤੁਹਾਡੇ ਤੇ ਕਿਹੋ ਜਿਹਾ ਅਸਰ ਪੈਂਦਾ ਹੈ। ਇਸ ਕਰਕੇ ਜਦੋਂ ਤੁਸੀਂ ਸਾਹਿਤ ਦੇ ਤੱਤਾਂ ਦੀ ਗੱਲ ਕਰਦੇ ਹੋ ਤਾਂ ਸਾਹਿਤ ਦੇ ਵਿੱਚ ਸਭ ਤੋਂ ਕੇਂਦਰੀ ਤੱਤ ਵੀ ਭਾਵ ਹੀ ਮੰਨਿਆ ਜਾਂਦਾ ਹੈ। 100 ਦਿਨ ਕਰਾਰਾਂ ਵਾਲੇ ਖਾਲੀ ਗਏ ਨੇ ਆ ਕੇ, ਚਿੱਠੀ ਵਿੱਚ ਭੇਜ ਰਹੀ ਹਾਂ ਤੋਤੇ ਦੀ ਅੱਖ ਬਣਾ ਕੇ। ਇਹ ਵੀ ਇੱਕ ਖਾਸ ਕਿਸਮ ਦਾ ਭਾਵ ਹੈ। ਕੋਈ ਵਿਅਕਤੀ ਕਿਸੇ ਨੂੰ ਚਿੱਠੀ ਲਿਖਦਾ ਹੈ, ਏਕਮਕਾਰ ਲਿਖ ਕੇ ਸ਼ੁਰੂ ਕਰਦਾ ਹੈ, ਸਤਿ ਸ਼੍ਰੀ ਅਕਾਲ ਲਿਖ ਕੇ ਸ਼ੁਰੂ ਕਰਦਾ ਹੈ, ਕਿੱਸਾ ਕਾਵ ਆਪਣੀ ਰਚਨਾ ਸ਼ੁਰੂ ਕਰਦੇ ਆ, ਅਵਲ ਹਮਦ ਖੁਦਾਏ ਦਾ ਵਿਰਧ ਕੀਚਾ ਇਸ਼ਕ ਕੀਤਾ ਸੋ ਜਗ ਦਾ ਮੂਲ ਮੀਆਂ। ਉਹ ਪ੍ਰਮਾਤਮਾ ਦੀ ਆਰਾਧਨਾ ਕਰਦੇ ਆ, ਉਸ ਨੂੰ ਉਸਤਤ ਦੇ ਰੂਪ ਦੇ ਵਿੱਚ ਆਪਣਾ ਸ਼ਰਧਾ ਦਾ ਭਾਵ ਪੇਸ਼ ਕਰਦੇ ਆ। ਕਹਿਣ ਤੋਂ ਭਾਵ ਕਿ ਸਾਹਿਤ ਰਚਨਾ ਦੇ ਵਿੱਚ ਜਿਹੜਾ ਭਾਵ ਹੈ ਉਹ ਸਭ ਤੋਂ ਕੇਂਦਰੀ ਹੁੰਦਾ ਹੈ। ਹੁਣ ਜਿਹੜੇ ਭਾਵ ਹੈ ਇਹਨਾਂ ਨੂੰ ਅੱਗੇ ਫਿਰ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ। ਇੱਕ ਭਾਵ ਉਹ ਹੁੰਦਾ ਹੈ ਜਿਹਨੂੰ ਅਸੀਂ ਸਥਾਈ ਭਾਵ ਕਹਿੰਦੇ ਆ, ਦੂਸਰਾ ਭਾਵ ਉਹ ਹੁੰਦਾ ਜਿਹੜਾ ਸੰਚਾਰੀ ਭਾਵ ਹੁੰਦਾ ਹੈ। ਸਾਡੇ ਮਨ ਦੇ ਅੰਦਰ ਕੁਝ ਸਥਾਈ ਕਿਸਮ ਦੇ ਭਾਵ ਹੈ ਜਿਹੜੇ ਉਹ ਹਰ ਸਮੇਂ ਪਏ ਰਹਿੰਦੇ ਆ। ਖੁਸ਼ੀ ਦੇ ਭਾਵ, ਗਮੀ ਦੇ ਭਾਵ, ਪਿਆਰ ਦੇ ਭਾਵ, ਨਫ਼ਰਤ ਦੇ ਭਾਵ, ਹਾਸੇ ਦੇ ਭਾਵ, ਜਿਹੜੇ ਸਾਰੇ ਇਹਨਾਂ ਨੂੰ ਰਸ ਕਿਹਾ ਜਾਂਦਾ ਹੈ। ਇਹਨਾਂ ਬਾਰੇ ਆਪਾਂ ਗੱਲ ਫਿਰ ਕਰਾਂਗੇ। ਜਿਹੜੇ ਇਹਨਾਂ ਨੂੰ ਅਸੀਂ ਸਥਾਈ ਭਾਵ ਕਹਿੰਦੇ ਆ। ਜਿਹੜੇ ਸੰਚਾਰੀ ਭਾਵ ਹੁੰਦੇ ਆ ਉਹਦਾ ਮਤਲਬ ਇਹ ਹੈ ਕਿ ਇਹ ਭਾਵ ਸਦਾ ਕਿਸੇ ਬੰਦੇ ਦੇ ਅੰਦਰ ਪਏ ਨਹੀਂ ਰਹਿੰਦੇ, ਨਾ ਹੀ ਭਾਵ ਕਿਸੇ ਬੰਦੇ ਦੇ ਮਨ ਦੇ ਵਿੱਚ ਲਗਾਤਾਰ ਅਟਕਿਆ ਰਹਿੰਦਾ ਹੈ। ਜੇ ਕੋਈ ਵਿਅਕਤੀ ਦੇ ਮਨ ਦੇ ਵਿੱਚ ਸਿਰਫ ਇੱਕੋ ਭਾਵ ਹੀ ਅਟਕ ਜੇ, ਉਹ ਵਿਅਕਤੀ ਲਗਾਤਾਰ ਸਾਰਾ ਦਿਨ ਹੱਸਦਾ ਰਹੇ, ਸਾਰਾ ਦਿਨ ਉਹ ਅਫਸੋਸ ਦੇ ਵਿੱਚ ਹੀ ਰਹੇ, ਉਹਨੂੰ ਅਸੀਂ ਕਹਿੰਦੇ ਆ ਕਿ ਉਹਦਾ ਭਾਵ ਅਟਕ ਗਿਆ। ਜਦੋਂ ਕਿਸੇ ਦਾ ਭਾਵ ਅਟਕਦਾ, ਅੱਜ ਕੱਲ ਮਾਡਰਨ ਸਾਇੰਸ ਦੇ ਵਿੱਚ ਅਸੀਂ ਕਹਿੰਦੇ ਕਿ ਬੰਦਾ ਡਿਪਰੈਸ਼ਨ 'ਚ ਚਲਿਆ ਗਿਆ। ਪੁਰਾਣੇ ਜ਼ਮਾਨੇ 'ਚ ਤੁਸੀਂ ਸੁਣਿਆ ਹੋਣਾ ਜਦੋਂ ਭਾਵ ਅਟਕ ਜਾਂਦਾ ਸੀ ਉਹਦੇ ਬਿਜਲੀ ਲਵਾ ਲਿਆਉਂਦੇ ਸੀ ਤਾਂ ਕਿ ਕਰੰਟ ਦੇ ਝਟਕੇ ਨਾਲ ਉਹਦਾ ਭਾਵ ਹਿੱਲ ਜੇ ਤੇ ਉਹਦੇ ਭਾਵ ਜਿਹੜੇ ਖੜ ਗਏ ਉਹ ਸੰਚਾਰਿਤ ਹੋਣੇ ਸ਼ੁਰੂ ਹੋ ਜਾਣ। ਜਿਹੜਾ ਹਰ ਮਨੁੱਖ ਹੈ ਜਿਹਨੂੰ ਸਧਾਰਨ ਮਨੁੱਖ ਕਹਿੰਦੇ ਆ, ਉਸ ਦੇ ਵਿੱਚ ਸਥਾਈ ਭਾਵ ਅਤੇ ਜਿਹੜੇ ਸੰਚਾਰੀ ਭਾਵ ਹੁੰਦੇ ਆ, ਇਹਨਾਂ ਨੂੰ ਅੱਗਿਓਂ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ। ਇੱਕ ਇਹਨਾਂ ਨੂੰ ਅਲੰਬਣ ਵਿਭਾਵ ਕਹਿੰਦੇ ਆ ਤੇ ਦੂਸਰੇ ਨੂੰ ਉਦੀਪਨ ਵਿਭਾਵ ਕਹਿੰਦੇ ਆ। ਅਲੰਬਣ ਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਖਾਸ ਕਿਸਮ ਦੀ ਰਚਨਾ ਨੂੰ, ਵਿਚਾਰ ਨੂੰ ਤੁਸੀਂ ਸੁਣਦੇ ਹੋ, ਉਹਦੇ ਨਾਲ ਖਾਸ ਕਿਸਮ ਦੇ ਭਾਵ ਹੈ ਜਿਹੜੇ ਜਾਗਦੇ ਆ। ਜਿਹੜੇ ਤੁਹਾਡੇ ਅੰਦਰ ਜਾਗੇ ਹੋਏ ਭਾਵ ਹੈ ਉਹ ਕਿੰਨੇ ਲੰਬੇ ਸਮੇਂ ਤੱਕ ਟਿਕੇ ਰਹਿੰਦੇ ਆ, ਇਹਨਾਂ ਨੂੰ ਅਸੀਂ ਅਲੰਬਣ ਅਤੇ ਉਦੀਪਨ ਭਾਵ ਦੇ ਅੰਤਰਗਤ ਰੱਖ ਕੇ ਦੇਖਦੇ ਹਾਂ। ਇਸ ਕਰਕੇ ਜਿਹੜੇ ਇਹ ਭਾਵ ਹੈ ਇਹਨਾਂ ਨੂੰ ਅਸੀਂ ਇਸ ਰੂਪ ਦੇ ਵਿੱਚ ਦੇਖ ਸਕਦੇ ਹਾਂ ਕਿ ਹਰ ਰਚਨਾ ਦੇ ਵਿੱਚ ਭਾਵ ਹੁੰਦੇ ਆ। ਜਿਹੜੇ ਉਹ ਭਾਵ ਹੈ ਸਥਾਈ ਭਾਵ ਤੇ ਸੰਚਾਰੀ ਭਾਵ ਦੋ ਕਿਸਮ ਦੇ ਹੁੰਦੇ ਆ। ਉਹ ਅੱਗੇ ਉਦੀਪਤ ਵੀ ਹੁੰਦੇ ਰਹਿੰਦੇ ਆ, ਅਲੰਬਣ ਦੇ ਰੂਪ ਦੇ ਵਿੱਚ ਲੰਬੇ ਸਮੇਂ ਤੱਕ ਵੀ ਚੱਲਦੇ ਰਹਿੰਦੇ ਆ। ਇਹ ਸਾਰੇ ਪੱਖ ਹੈ ਜਿਹੜੇ ਇਹ ਭਰਤ ਮੁਨੀ ਦੇ ਸੂਤਰ ਦਾ ਮੂਲ ਆਧਾਰ ਮੰਨੇ ਜਾ ਸਕਦੇ ਆ ਜੀ। ਫਿਰ ਸਰ ਸੁਧਾਰਨੀਕਰਨ ਕੀ ਹੈ ਜੀ? ਇਸ ਦੇ ਵਿੱਚ ਸੁਧਾਰਨੀਕਰਨ ਵੀ ਆਮ ਤੌਰ ਤੇ ਆਪਾਂ ਬਿਲਕੁਲ ਠੀਕ ਗੱਲ ਹੈ, ਕਿਉਂਕਿ ਕਿਸੇ ਬੰਦੇ ਦੇ ਅੰਦਰ ਭਾਵ ਕਿਵੇਂ ਜਾਗਦਾ ਹੈ ਕਿ ਸਾਰੇ ਬੰਦਿਆਂ ਦੇ ਅੰਦਰ ਕਿਸੇ ਵਿਸ਼ੇਸ਼ ਰਚਨਾ ਦਾ ਇੱਕੋ ਜਿਹਾ ਭਾਵ ਜਾਗਦਾ ਹੈ ਜਾਂ ਉਹਨਾਂ ਦੇ ਵਿੱਚ ਭਾਵ ਜਾਗਣ ਸਮੇਂ ਫਰਕ ਰਹਿੰਦਾ ਹੈ। ਮੇਰਾ ਕਹਿਣ ਤੋਂ ਮਤਲਬ ਇਹ ਹੈ ਕਿ ਜੇ ਅਸੀਂ 10, 20, 30 ਬੰਦਿਆਂ ਨੂੰ ਬਿਠਾ ਕੇ ਉਹਨਾਂ ਨੂੰ ਕਹੀਏ ਕਿ ਸਾਰੇ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰੋ ਤੇ 1 ਘੰਟੇ ਬਾਅਦ ਉਹਨਾਂ ਸਾਰਿਆਂ ਨੂੰ ਪੁੱਛੀਏ ਕਿ ਤੁਹਾਡੇ ਮਨ ਨੂੰ ਸ਼ਾਂਤੀ ਮਿਲੀ, ਤਾਂ ਸਾਰਿਆਂ ਦਾ ਜਵਾਬ ਅਲੱਗ-ਅਲੱਗ ਹੋ ਸਕਦਾ ਹੈ। ਅਲੱਗ-ਅਲੱਗ ਕਿਉਂ ਹੋ ਸਕਦਾ ਹੈ? ਕਿਉਂਕਿ ਸੁਧਾਰਨੀਕਰਨ ਉਹਨਾਂ ਦਾ ਕਿੰਨਾ ਹੋਇਆ ਇਹਨੂੰ ਸਮਝਣ ਦੀ ਲੋੜ ਹੈ। ਸੁਧਾਰਨੀਕਰਨ ਕੀ ਹੁੰਦਾ ਹੈ? ਇਹ ਸ਼ਬਦ ਸੁਧਾਰਨ ਤੋਂ ਬਣਿਆ ਹੋਇਆ ਹੈ। ਆਪਣੇ ਮਨ ਨੂੰ ਸੁਧਾਰਨ ਕਰਨਾ। ਸੁਧਾਰਨ ਕਰਨ ਤੋਂ ਮਤਲਬ ਇਹ ਹੈ ਕਿ ਮਨ ਨੂੰ ਪਹਿਲਾਂ ਤੋਂ ਪਏ ਹੋਏ ਵਿਚਾਰਾਂ ਤੋਂ ਖਾਲੀ ਕਰ ਲੈਣਾ। ਕਿਸੇ ਗੱਲ ਦੇ ਖਾਸ ਕਿਸਮ ਦੇ ਵਿਚਾਰ ਨੂੰ ਮਨ ਦੇ ਵਿੱਚ ਨਾ ਰੱਖਣਾ। ਇਹਨੂੰ ਐਮਪਟੀਨੈਸ ਆਫ ਮਾਈਂਡ ਵੀ ਕਹਿ ਦਿੰਦੇ ਆ। ਜਦੋਂ ਕੋਈ ਵਿਅਕਤੀ ਕਿਸੇ ਵਿਸ਼ੇਸ਼ ਵਿਅਕਤੀ ਨੂੰ ਸੁਣਨ ਲੱਗਦਾ ਹੈ, ਜੇ ਪਹਿਲਾਂ ਤੋਂ ਉਸ ਵਿਅਕਤੀ ਬਾਰੇ ਕੋਈ ਰਚਨਾ ਨੂੰ ਪੜ੍ਹਨ ਲੱਗਦਾ ਹੈ, ਉਸ ਰਚਨਾ ਨੂੰ ਪੜ੍ਹਨ ਤੋਂ ਪਹਿਲਾਂ ਹੀ ਉਸ ਰਚਨਾ ਬਾਰੇ ਫਿਲਮ ਦੇਖਣ ਲੱਗਦਾ ਹੈ, ਫਿਲਮ ਨੂੰ ਦੇਖਣ ਤੋਂ ਪਹਿਲਾਂ ਹੀ ਉਸ ਫਿਲਮ ਬਾਰੇ ਉਹ ਵਿਅਕਤੀ ਦੇ ਮਨ ਦੇ ਵਿੱਚ ਕੋਈ ਵਿਚਾਰ ਹੋਣ, ਤਾਂ ਉਹ ਵਿਅਕਤੀ ਉਸ ਰਚਨਾ ਦਾ ਆਨੰਦ ਨਹੀਂ ਲੈ ਸਕਦਾ। ਇਸ ਕਰਕੇ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜੇ ਕਿਸੇ ਰਚਨਾ ਦਾ ਸਾਰਿਆਂ ਤੇ ਪੂਰਨ ਪ੍ਰਭਾਵ ਉਹਦੇ ਸਹੀ ਰੂਪ ਦੇ ਵਿੱਚ ਭਾਵਾਂ ਨੂੰ ਜਗਾਉਣ ਲਈ ਵਰਤਣਾ ਹੈ, ਤਾਂ ਸਭ ਤੋਂ ਪਹਿਲਾਂ ਉਹਦਾ ਦਿਮਾਗ ਪਹਿਲਾਂ ਤੋਂ ਬਣੇ ਹੋਏ ਭਾਵਾਂ ਤੋਂ ਮੁਕਤ ਹੋਣਾ ਚਾਹੀਦਾ ਹੈ। ਉਸ ਨੂੰ ਅਸੀਂ ਸੁਧਾਰਨੀਕਰਨ ਆਖਦੇ ਹਾਂ। ਸੁਧਾਰਨੀਕਰਨ
ਤਕਨੀਕੀ ਸ਼ਬਦ ਕਰਕੇ ਇੱਥੇ ਥੋੜਾ ਓਪਰਾ ਲੱਗਦਾ ਹੈ। ਇਸ ਨੂੰ ਸਾਡੇ ਧਾਰਮਿਕ ਸਮਾਗਮਾਂ ਵਿੱਚ ਆਮ ਵਰਤਿਆ ਜਾਂਦਾ ਹੈ। ਆਮ ਕਿਸ ਤਰੀਕੇ ਨਾਲ ਵਰਤਿਆ ਜਾਂਦਾ ਹੈ? ਤੁਸੀਂ ਦੇਖਿਆ ਹੋਣਾ ਜਦੋਂ ਹਿੰਦੂ ਧਰਮ ਦੇ ਵਿੱਚ ਕਥਾ ਕਹਿਣ ਦੀ ਪਰੰਪਰਾ ਹੈ, ਕਥਾ ਕੀਤੀ ਜਾਂਦੀ ਹੈ ਤਾਂ ਕੁਝ ਸਮੇਂ ਬਾਅਦ ਸਾਡੀ ਜਿਹੜੇ ਮਨੋਵਿਗਿਆਨੀ ਦੱਸਦੇ ਆ ਕਿ ਮਨੁੱਖ ਦਾ ਧਿਆਨ ਭਟਕ ਜਾਂਦਾ ਹੈ। ਬੈਠਾ ਉਹ ਚੌਪਾਲ 'ਚ ਹੁੰਦਾ ਹੈ, ਉਹਦੇ ਮਨ ਦੇ ਵਿੱਚ ਘਰ ਦੀ ਗੱਲ, ਕੋਈ ਹੋਰ ਰਾਜਨੀਤੀ ਦਾ ਵਿਚਾਰ, ਕੋਈ ਇੱਧਰ ਉੱਧਰ ਦੀ ਗੱਲ ਆ ਜਾਂਦੀ ਹੈ ਤਾਂ ਕੁਝ ਟਾਈਮ ਬਾਅਦ ਉਹ ਵਿਅਕਤੀ ਬੋਲਦੇ ਆ ਕਿ ਬੋਲੋ ਸਿਆਪਤੀ ਰਾਮਚੰਦਰ ਕੀ ਜੈ ਉੱਚੀ ਦੇਣੇ। ਉਹਦੇ ਨਾਲ ਉਹ ਬੰਦੇ ਦਾ ਜੇ ਪਾਸੇ-ਆਸੇ ਧਿਆਨ ਗਿਆ ਹੁੰਦਾ ਫਿਰ ਮੂਲ ਭਾਵ ਤੱਕ ਆ ਜਾਂਦਾ ਹੈ। ਇਸੇ ਤਰੀਕੇ ਨਾਲ ਸਿੱਖ ਪਰੰਪਰਾ ਦੇ ਵਿੱਚ ਜਦੋਂ ਕਥਾ ਕੀਤੀ ਜਾਂਦੀ ਹੈ, ਕਥਾ ਕਰਦੇ ਕਰਦੇ ਜਿਹੜਾ ਗ੍ਰੰਥੀ ਸਿੰਘ ਹੁੰਦਾ ਹੈ ਕੁਝ ਸਮੇਂ ਬਾਅਦ ਇੱਕ ਸ਼ਬਦ ਬੋਲਦਾ ਹੈ, ਆਖੋ ਸਤਨਾਮ ਸ਼੍ਰੀ ਵਾਹਿਗੁਰੂ ਆਪਣੀ ਰਸਨਾ ਨੂੰ ਕਰੋ ਪਵਿੱਤਰ। ਜਦੋਂ ਵਿਅਕਤੀ ਉਹ ਸ਼ਬਦ ਦਾ ਉਚਾਰਨ ਕਰਦੇ ਹੈ, ਜੇ ਉਹਨਾਂ ਦੀ ਰਸਨਾ ਮਨ ਪਾਸੇ-ਆਸੇ ਗਿਆ ਹੁੰਦਾ ਤਾਂ ਇੱਕਦਮ ਫਿਰ ਉਹ ਲੀਹ ਤੇ ਆ ਜਾਂਦਾ ਹੈ। ਇਸ ਕਰਕੇ ਭਾਵੇਂ ਉਹਨਾਂ ਕਹਿਣ ਵਾਲੇ ਵਿਅਕਤੀਆਂ ਨੂੰ ਤਕਨੀਕੀ ਤੌਰ ਤੇ ਨਾ ਪਤਾ ਹੋਵੇ, ਪਰ ਉਹ ਸੁਧਾਰਨੀ ਕਰਨ ਦੀ ਟੈਕਨੀਕ ਹੀ ਹੁੰਦੀ ਹੈ ਕਿ ਕਿਸੇ ਵਿਅਕਤੀ ਦੇ ਮਨ ਨੂੰ ਕਿਸੇ ਵਿਸ਼ੇਸ਼ ਵਿਚਾਰ, ਸਾਹਿਤ, ਸੁਣਨ ਵਾਲੀ ਚੀਜ਼ ਦੇ ਨਾਲ ਜੋੜ ਕੇ ਰੱਖਣਾ, ਜਿਹਦੇ ਨਾਲ ਉਹ ਵਿਅਕਤੀ ਨੂੰ ਵੱਧ ਤੋਂ ਵੱਧ ਆਨੰਦ ਆਵੇ, ਜਿਹਦੇ ਨਾਲ ਉਹ ਵਿਅਕਤੀ ਵਧੀਆ ਦਰਸ਼ਕ ਬਣ ਸਕੇ, ਵਧੀਆ ਸਰੋਤਾ ਬਣ ਸਕੇ। ਜੋ ਰਚਨਾ ਦੇ ਵਿੱਚ ਪੇਸ਼ ਹੋਏ ਭਾਵ ਹੈ ਉਹੀ ਉਸ ਵਿਅਕਤੀ ਦੇ ਮਨ ਦੇ ਅੰਦਰ ਪੈਦਾ ਹੋ ਸਕਣ। ਇਸ ਕਿਸਮ ਦੇ ਵਰਤਾਰੇ ਨੂੰ ਅਸੀਂ ਸੁਧਾਰਨੀ ਕਰਨਾ ਆਖਦੇ ਹਾਂ ਜੀ। ਸਰ, ਜਿਹੜੀ ਭਾਰਤੀ ਕਾਵਿ ਸ਼ਾਸਤਰ ਦੇ ਵਿੱਚੋਂ ਰਸ ਜਿਹੜੀ ਸੰਪਰਦਾਇ ਆ ਉਸ ਦੇ ਬਾਰੇ ਤੁਸੀਂ ਜਿਹੜਾ ਇੱਕ ਅੱਜ ਤੁਸੀਂ ਮੁੱਢਲੀ ਗੱਲਬਾਤ ਆ ਜਿਹੜੀ ਉਹ ਕੀਤੀ ਆ, ਤੇ ਤੁਹਾਡਾ ਬਹੁਤ ਧੰਨਵਾਦ ਸਰ। ਤੇ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਆਪਾਂ ਜਿਹੜੀਆਂ ਇਹ ਜਿਹੜੇ ਰਸ ਆ, ਅਗਲੇ ਜਿਹੜੇ ਰਸ ਆ ਉਹਨਾਂ ਦੇ ਬਾਰੇ ਵੱਖ-ਵੱਖ ਰਸਾਂ ਨੂੰ ਆਪਾਂ ਸਮਝਣ ਦੀ ਜਿਹੜੀ ਕੋਸ਼ਿਸ਼ ਕਰਾਂਗੇ ਤੇ ਉਸ ਬਾਰੇ ਵੀ ਜਾਣਕਾਰੀ ਆ ਜਿਹੜੀ ਆਪਾਂ ਸਰ ਹੋਰਾਂ ਕੋਲੋਂ ਹਾਸਲ ਕਰਾਂਗੇ। ਤੇ ਅੱਜ ਲਈ ਇੰਨਾ ਹੀ, ਤੇ ਤੁਹਾਡਾ ਬਹੁਤ ਧੰਨਵਾਦ ਜੀ।